जम्मू कश्मीर की तरह अंदर ही बंद कर दिते जाओगे। तुहाडी फौज तुहाडी पुलिस तुहाडे ते ही ला दी जाऊगी। 78 तो पहला तुहानू नक्सली कह के मारता, फिर 84 तो बाद तुहानू अतवादी कह के मारता, फिर हुण तुहानू फिर हो शायद अतवादी कह के मार देना। ये काम चलता रहना। जे तुसीं सिर सिੱਟੀ रखिया तां भी तुसीं मरना ही मरना। ये ना सोचो कि लड़ के ही मरांगे, जे तुसीं नहीं लड़दे मरना तुसीं फिर भी आ। ਇਹ ਗੱਲ ਉਹ ਜਬਰਜੰਗ ਸਿੰਘ ਕਹਿ ਰਿਹਾ ਜਿਹਦਾ ਨਾਮ ਸੈਂਟਰ ਨੇ ਇੱਕ ਕੇਸ ਦੇ ਵਿੱਚ UAPA ਕਾਨੂੰਨ ਦੇ ਅੰਡਰ ਲੈ ਲਿਆ ਹੈਗਾ, ਔਰ ਜਬਰਜੰਗ ਸਿੰਘ ਨੂੰ ਇਹ ਨਹੀਂ ਪਤਾ ਕਿ ਸੈਂਟਰ ਨੇ ਕਦੋਂ ਚੱਕ ਲੈਣਾ ਹੈਗਾ। ਦੀ ਆਪਾਂ ਬਚਾ ਕੇ ਕਹੀਏ ਵੀ ਮੈਨੂੰ ਕੁਛ ਨਾ ਹੋਵੇ ਜਾਂ ਮੇਰੇ ਬੱਚਿਆਂ ਨੂੰ ਕੁਛ ਨਾ ਹੋਵੇ, ਭਗਤ ਸਿੰਘ ਬਣੇ ਤਾਂ ਗਵਾਂਢੀਆਂ ਦਾ ਬਣੇ, ਫੇਰ ਨਹੀਂ ਦੁਆਬੀ ਸਾਹਿਬ ਕੰਮ ਚੱਲਣੇ। पर मैं इन्नी गल पुछना चाहना कि किसान जथेबंदियां दा कोई एक अचीवमेंट तुसीं जां किसान जथेबंदियां मैनूं दस सकदियां ने? ਜਦੋਂ ਤੁਸੀਂ ਗੱਲ ਕਰਦੇ ਹੋ ਜੋਸ਼ ਭਰਨ ਦੀ, ਜਦੋਂ ਵੀ ਕੋਈ ਸੰਘਰਸ਼ ਸ਼ੁਰੂ ਹੁੰਦਾ, ਸੰਘਰਸ਼ ਤੋਂ ਪਹਿਲਾਂ ਇਹ ਅਨਾਉਂਸਮੈਂਟਾਂ ਹੋ ਜਾਂਦੀਆਂ ਕਿ ਸਾਡਾ ਸੰਘਰਸ਼ ਤਾਂ ਸ਼ਾਂਤਮਈ ਸੰਘਰਸ਼ ਹੋਊਗਾ। ਤੇ ਤੁਹਾਨੂੰ ਲੱਗਦਾ ਕਿ ਇਹ ਸੰਕੇਤਿਕ ਪ੍ਰਦਰਸ਼ਨ ਜਿਹੜੇ ਨੇ ਜਾਂ ਸੜਕਾਂ ਦੇ ਕਿਨਾਰੇ ਆਪਣੇ ਟੈਂਟ ਲਗਾ ਕੇ ਤੰਬੂ ਲਗਾ ਕੇ ਬੈਠ ਜਾਣ ਨਾਲ ਦਿੱਲੀ ਨੂੰ ਕੋਈ ਸੇਕ ਲੱਗ ਸਕਦਾ? ਤੁਹਾਡੀ ਡਿਮਾਂਡ ਹੀ ਗਲਤ ਆ ਨਾ। ਤੁਸੀਂ ਡਿਮਾਂਡ ਜਿਹੜੀ ਤੁਹਾਡੀ ਆ ਗਈ ਉਹ ਇੱਕ ਹੈਗੀ ਆ ਮੰਗਤਿਆਂ ਵਾਲੀ। ਤੁਸੀਂ ਜਾ ਕੇ ਕਿਉਂ ਨਹੀਂ ਉਹਦੀ ਸੋਚਣ ਉੱਥੋਂ ਚੱਕਦੇ ਭਾਖੜਾ ਤੋਂ ਜਾ ਕੇ? ਸਾਰੇ ਲੋਕ ਆ, ਸਾਡਾ 5 ਕਰੋੜ ਲੋਕ ਆ ਤੇ ਜਿਹਦੇ ਵਿੱਚੋਂ ਕਰੋੜਾਂ ਕਿਸਾਨ ਨੇ। ਜਾ ਕੇ ਉੱਥੇ ਬਹਿ ਜਾਓ, ਚੱਕ ਦੋ ਸੁੱਚ, ਬਲੈਕ ਆਊਟ ਹੋ ਜੂ ਪੂਰੀ ਦਿੱਲੀ ਦਾ। ਅੱਧੀ ਪੰਜਾਬ ਨੂੰ ਬਲੈਕ ਆਊਟ ਕਰਨ ਨੂੰ ਫਿਰਦੇ ਨੇ। ਉਹ ਮੈਂ ਉਹੀ ਕਹਿ ਰਿਹਾ ਨਾ, ਪਰ ਇੱਟ ਦਾ ਜਵਾਬ ਕਹਿੰਦੇ ਪੱਥਰ ਨਾ ਦੇਣਾ ਪਊ। ਜੇ ਅਸੀਂ 3 ਕਰੋੜ ਲੋਕ ਸਾਈਨ ਕਰਕੇ ਦਿੰਨੇ ਆ ਤੇ ਦੁਨੀਆ ਦੀ ਕਿਹੜੀ ਪਾਰਲੀਮੈਂਟ ਆ ਜਿਹੜੀ ਉਹਨੂੰ ਨਾ ਸੁਣੂਗੀ? ਹੱਕ ਲੈਣ ਵਾਸਤੇ ਅੱਖ ਚੱਕ ਪਾ ਕੇ ਗੱਲ ਤੁਹਾਨੂੰ ਕਰਨੀ ਪੈਣੀ ਆ ਜੇ ਤੁਸੀਂ ਜਿਉਣਾ ਚਾਹੁੰਦੇ ਹੋ ਅਣਖ ਨਾਲ। ਕਿ ਸੰਤ ਜਰਨੈਲ ਸਿੰਘ ਜੀ ਬਹੁਤ ਵਧੀਆ ਨੇ, ਉਹਨਾਂ ਦੀ ਵਿਚਾਰਧਾਰਾ ਠੀਕ ਆ, ਪਰ ਉਹ ਵੀ ਲੜਾਈ ਜਿੱਤ ਨਹੀਂ ਸਕੇ। ਏਕੇ ਦੀ ਤੁਸੀਂ ਗੱਲ ਕਰਦੇ ਹੋ, ਜਿੱਦਣ ਕਿਸਾਨ ਯੂਨੀਅਨ ਤੇ ਕਲਾਕਾਰਾਂ ਦਾ ਆਪਸ 'ਚ ਮੀਟਿੰਗ ਹੋਈ ਹੈ ਪਹਿਲੀ, ਇਹਨਾਂ ਦਾ ਤਾਂ ਇੱਕ ਉਦੋਂ ਹੀ ਦੁਨੀਆ ਨੇ ਦੇਖ ਲਿਆ ਸੀ। ਕਿਉਂਕਿ ਸਾਡੀ ਮਾਂ ਦੀ ਚੁੰਨੀ ਨੂੰ ਹੱਥ ਪਿਆਗਾ। ਤੁਹਾਡੇ ਨਾਲ 1949 ਤੋਂ ਹੀ ਧੱਕਾ ਸ਼ੁਰੂ ਹੋ ਗਿਆ ਸੀ। ਉਹ ਸਮਾਂ ਹੋਰ ਹੁੰਦਾ ਸੀਗਾ ਜਦੋਂ ਕਿਹਾ ਜਾਂਦਾ ਸੀ ਜਿਹੋ ਜੀ ਬਿੱਲੀ ਮਾਰ ਲਈ ਇਹੋ ਜੀ ਦਿੱਲੀ ਮਾਰ ਲਈ। ਅੱਜ ਦੇ ਟਾਈਮ 'ਚ ਦਿੱਲੀ ਪੰਜਾਬ ਤੋਂ ਜਮਾ ਨਹੀਂ ਡਰਦੀ। ਜੇ ਡਰਦੀ ਹੁੰਦੀ ਤਾਂ ਤੁਹਾਡੇ ਕਿਸਾਨ ਧਰਨਿਆਂ ਦਾ ਉਹਦੇ ਤੇ ਕੋਈ ਫਰਕ ਪੈਂਦਾ, ਪਰ ਦਿੱਲੀ ਨੇ ਆਪਣਾ ਮੋਢਾ ਝਾੜਤਾ ਆ। ਸਾਰੀ ਮਿੱਟੀ ਲੱਗੀ ਐ ਝਾੜਤੀ ਆ ਜਦੋਂ ਤੁਹਾਨੂੰ ਕਿਹਾ ਕਿ ਮਾਲ ਗੱਡੀਆਂ ਨਹੀਂ ਆਣੀਆਂ ਜਦ ਤੱਕ ਸਵਾਰੀ ਗੱਡੀਆਂ ਨਹੀਂ ਆਣ ਦਿੰਦੇ। ਤੇ ਸਾਡੇ ਕਿਸਾਨ ਯੂਨੀਅਨ ਵਾਲੇ ਜਿਹੜੇ ਆ ਨਾ, ਉਹ ਛਾਲਾ ਮਾਰਦੇ ਹੋਏ ਲਾਈਨਾਂ ਤੇ ਪਹੁੰਚੇ ਨੇ ਕਿ ਫਿਰ ਲਾਈਨਾਂ ਰੋਕ ਲਾਂਗੇ। ਤੇ ਦਿੱਲੀ ਨੇ ਸਾਫ਼ ਕਰਤਾ ਕਿ ਇਹਨਾਂ ਲਾਈਨਾਂ ਰੋਕਣ ਦਾ ਉਹਦੀ ਸਿਹਤ ਤੇ ਕੋਈ ਫਰਕ ਨਹੀਂ ਪੈਂਦਾ। ਤੇ ਹੁਣ ਇਹ ਜਿਹੜਾ ਕਿਸਾਨੀ ਹੱਕ ਦੇ ਮੋਰਚੇ ਨੇ ਔਰ ਇਹ ਜਿਹੜਾ ਕੰਮ ਅਸੀਂ ਚਲਾਇਆ ਹੋਇਆ, ਇਹ ਕਿਹੜੇ ਪਾਸੇ ਨੂੰ ਜਾ ਰਿਹਾ? ਸਾਡੇ ਨਾਲ ਮੰਗੂ ਮੱਠ ਮੋਰਚੇ ਨੂੰ ਫਤਿਹ ਕਰਨ ਵਾਲੇ, ਉੱਥੇ ਜਾ ਕੇ ਨਿਸ਼ਾਨ ਸਾਹਿਬ ਲਗਾਉਣ ਵਾਲੇ, ਦਿੱਲੀ ਸ਼ਾਹੀਨ ਬਾਗ ਮੋਰਚੇ ਦੇ ਵਿੱਚ ਔਰ ਸ਼ੰਭੂ ਮੋਰਚੇ ਦੇ ਵਿੱਚ ਸ਼ਮੂਲੀਅਤ ਜਬਰਜੰਗ ਸਿੰਘ ਜੀ ਨੇ, ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਸੈਂਟਰ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦੀ ਹਾਂ ਪਹਿਲਾਂ ਤਾਂ ਦੁਆਬੀ ਸਾਹਿਬ ਆਪ ਜੀ ਦਾ, ਜਿਨ੍ਹਾਂ ਨੇ ਮੈਨੂੰ ਇੱਥੇ ਸਮਾਂ ਦਿੱਤਾ, ਤੇ ਆਪ ਜੀ ਪਿਛਲੇ ਸਮੇਂ ਤੋਂ ਜਿਹੜਾ ਇਸ ਚੀਜ਼ ਨੂੰ ਕਵਰ ਕਰ ਰਹੇ ਹੋ, ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ। ਧੰਨਵਾਦ ਜੀ। ਵੀਰ ਜੀ ਜਿੱਦਾਂ ਕਿ ਮੈਂ ਦਰਸ਼ਕਾਂ ਨਾਲ ਵੀ ਗੱਲਬਾਤ ਕੀਤੀ ਹੈ, ਇੱਕ ਜ਼ਮਾਨਾ ਸੀ ਜਦੋਂ ਸਾਡੇ ਬਜ਼ੁਰਗ ਕਹਿੰਦੇ ਸੀ ਜਿਹੋ ਜੀ ਦਿੱਲੀ ਮਾਰ ਲਈ, ਜਿਹੋ ਜੀ ਬਿੱਲੀ ਮਾਰ ਲਈ, ਇਹੋ ਜੀ ਦਿੱਲੀ ਮਾਰ ਲਈ। ਪਰ ਅੱਜ ਦੇ ਟਾਈਮ 'ਚ ਦਿੱਲੀ ਜਿਹੜੀ ਹੈ ਨਾ, ਉਹ ਚਾਈਨਾ ਨੂੰ ਮੋਦੀ ਸਾਹਿਬ ਲਾਲ ਅੱਖਾਂ ਦਿਖਾਉਣ ਦੀ ਗੱਲ ਕਰਦੇ ਸੀ, ਪਰ ਚਾਈਨਾ ਦੇ ਬਜਾਏ ਇਹਨਾਂ ਨੇ ਰੁੱਖ ਪੁੱਠਾ ਕਰ ਲਿਆ। ਨਹੀਂ, ਅਸਲ ਦੇ ਵਿੱਚ ਦਿੱਲੀ ਉਵੇਂ ਹੀ ਆ। ਦਿੱਲੀ ਕੋਈ ਬਾਲੀ ਵੱਡੀ ਚੀਜ਼ ਨਹੀਂ ਬਣੇਗੀ ਵੀ ਜਿਹਨੂੰ ਅਸੀਂ ਕਹੀਏ ਵੀ ਉਹ ਮਾਰੀ ਨਹੀਂ ਜਾ ਸਕਦੀ। ਅੱਜ ਵੀ ਦਿੱਲੀ ਜਦੋਂ ਮਰਜ਼ੀ ਮਾਰ ਲਓ, ਪਰ ਬਿੱਲੀ ਮਾਰਨ ਵਾਲੇ ਜਿਹੜੀ ਗੱਲ ਸੀ ਨਾ, ਉਹ ਜਿਹੜੇ ਸਾਡੇ ਬਜ਼ੁਰਗ ਸੀ, ਸਾਨੂੰ ਉਹਨਾਂ ਵਰਗਾ ਬਣਨਾ ਤਾਂ ਪੈਣਾ ਨਾ। ਜਿਹੜੇ ਦਿੱਲੀ ਬਿੱਲੀ 'ਚ ਫਰਕ ਨਹੀਂ ਸਮਝਦੇ ਸੀ, ਸਾਨੂੰ ਉਹਨਾਂ ਦੀਆਂ ਲੀਹਾਂ ਤੇ ਚੱਲਣਾ ਪੈਣਾ, ਉਹਨਾਂ ਦਾ ਜੀਵਨ ਦੇਖਣਾ ਪੈਣਾ। ਉਹ ਕਿਵੇਂ ਕਹਿੰਦੇ ਸੀ, ਕੀ ਉਹਨਾਂ 'ਚ ਕੌਨਫੀਡੈਂਸ ਸੀ, ਉਹ ਕਿੱਥੋਂ ਆਉਂਦਾ ਸੀ। ਅਸੀਂ ਉਹਨੂੰ ਵੱਡੀ ਬਣਾਇਆ ਦਿੱਲੀ ਨੂੰ। ਦਿੱਲੀ ਐਡੀ ਵੱਡੀ ਨਹੀਂ ਗਈ, ਅਸੀਂ ਬਣਾਇਆ।
ਇਹ ਹੁਣ ਸਾਨੂੰ ਸੋਚਣਾ ਪਊਗਾ ਕਿ ਅਸੀਂ ਆਪਦੇ ਬਜ਼ੁਰਗਾਂ ਦੇ ਕਹਿਣੇ ਦੇ ਮੁਤਾਬਕ ਚੱਲ ਕੇ ਦਿੱਲੀ ਬਿੱਲੀ ਵਾਲਾ ਫਰਕ ਮਿਟਾ ਸਕਦੇ ਹਾਂ ਬਜ਼ੁਰਗਾਂ ਵਾਲੇ ਜਿਹੜੇ ਸਾਡੇ ਪਦ ਚ ਨਹੀਂ ਆ ਪੈੜਾਂ ਕਵਾਂਗਾ ਮੈਂ, ਸਾਡੀਆਂ ਕਿਸਾਨ ਯੂਨੀਅਨਾਂ ਦੇਖੋ, ਇਹਨਾਂ ਨੇ ਕਿਸਾਨ ਯੂਨੀਅਨਾਂ ਨੇ ਨਾ ਸਿੱਖ ਸੰਗਤ ਨੂੰ ਤੇ ਹੋਰ ਜਿਹੜਾ ਸੀਗਾ ਤਬਕਾ ਉਹਨੂੰ ਵੰਡ ਦਿੱਤਾ ਜਦੋਂ ਇਹਨਾਂ ਨੇ ਫਤਿਹ ਨੂੰ ਫਿਰਕੂ ਨਾਰਾ ਕਿਹਾ। ਬਹੁਤ ਸਾਰੀ ਜਗ੍ਹਾ ਫਤਿਹ ਨਹੀਂ ਬੁਲਾਣ ਦੇ ਰਹੇ ਜੀ, ਠੀਕ ਹੈ ਜੀ, ਬਹੁਤ ਸਾਰੀ ਜਗ੍ਹਾ ਨਾਰੇ ਨਹੀਂ ਲਗਾਉਣ ਦੇ ਰਹੇ। ਪਿਛਲੇ ਦਿਨੀ ਸ਼ੰਭੂ ਮੋਰਚੇ ਤੇ ਖਾਲਿਸਤਾਨ ਦਾ ਨਾਰਾ ਲੱਗਿਆ। ਸੰਵਿਧਾਨਿਕ ਹੱਕ ਹੈਗਾ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਪ੍ਰਵਕਤਾ ਉੱਥੇ ਸੀਗੇ ਜਿਨ੍ਹਾਂ ਨੇ ਇਹ ਕੋਰਟ ਦਾ ਉੱਥੇ ਆਰਡਰ ਦਿੱਤਾ, ਪਰ ਕੁਝ ਲੋਕਾਂ ਨੇ ਉਸ ਮੁੰਡੇ ਨੂੰ ਗ੍ਰਿਫਤਾਰ ਵੀ ਕਰਵਾਇਆ। ਇਹਨਾਂ ਨੇ ਜਿਹੜੇ ਬਿੱਲੀ ਦੀ ਤਰ੍ਹਾਂ ਦਿੱਲੀ ਮਾਰਨ ਵਾਲੇ ਸੀ ਉਹਨਾਂ ਨੂੰ ਤਾਂ ਇਹਨਾਂ ਨੇ ਵੱਖ ਕਰਤਾ ਆ। ਮੈਂ ਉਹੀ ਕਹਿ ਰਿਹਾ ਨਾ ਕਿ ਸਾਨੂੰ ਇਹ ਸੋਚਣਾ ਪਊ ਕਿ ਜਿਹੜੇ ਦਿੱਲੀ ਤੇ ਬਿੱਲੀ 'ਚ ਫਰਕ ਨਹੀਂ ਨਾ ਰੱਖਦੇ ਸੀ ਉਹ ਕਿਹੋ ਜਿਹੇ ਸੀ। ਅੱਜ ਅਸੀਂ ਕਿਹੜੀ ਵਿਚਾਰਧਾਰਾ ਤੇ ਚੱਲ ਰਹੇ ਹਾਂ? ਮਾਰਕਸਵਾਦ ਵਾਲੀ ਤੇ, ਲੈਨਨ ਵਾਲੀ ਤੇ, ਸਟਾਲਿਨ ਵਾਲੀ ਤੇ। ਉਹਨਾਂ ਨੇ ਰੈਵੂਲੇਸ਼ਨ ਇੱਥੇ ਨਹੀਂ, ਇੱਥੋਂ ਹਜ਼ਾਰਾਂ ਕਿਲੋਮੀਟਰ ਦੂਰ ਲਿਆਂਦਾ। ਸਾਨੂੰ ਉਹ ਵਿਚਾਰਧਾਰਾ ਤੇ ਚੱਲਣਾ ਪਊ ਜਿਹਨੇ ਇੱਥੇ ਰੈਵੂਲੇਸ਼ਨ ਲਿਆਂਦਾ। ਇੱਕ 1912 ਦੇ ਵਿੱਚ ਜਿਹੜਾ ਰੈਗੂਲੇਸ਼ਨ ਆਉਂਦਾ ਸੀ ਉਹਨੂੰ ਵੇਖ ਰਹੇ ਆ, ਤੇ ਜਿਹੜਾ ਤੁਸੀਂ 1712 ਦੇ ਵਿੱਚ ਲਿਆਂਦਾ ਸੀ ਬੰਦਾ ਸਿੰਘ ਬਹਾਦਰ ਨੇ, ਉਹ ਰੈਗੂਲੇਸ਼ਨ ਨੂੰ ਦੇਖਣਾ ਪਊਗਾ। ਸਾਨੂੰ ਉਹ ਰੈਗੂਲੇਸ਼ਨ ਦੇਖਣਾ ਪਊ ਜਿਹਦੇ ਚੋਂ ਕੁਝ ਪ੍ਰਾਪਤੀਆਂ ਹੋਈਆਂ ਨੇ। ਮੈਂ ਕਿਸਾਨ ਜਥੇਬੰਦੀਆਂ ਦੇ ਖਿਲਾਫ ਨਹੀਂ, ਪਰ ਮੈਂ ਇੰਨੀ ਗੱਲ ਪੁੱਛਣਾ ਚਾਹਣਾ ਕਿ ਕਿਸਾਨ ਜਥੇਬੰਦੀਆਂ ਦਾ ਕੋਈ ਇੱਕ ਅਚੀਵਮੈਂਟ ਤੁਸੀਂ ਜਾਂ ਕਿਸਾਨ ਜਥੇਬੰਦੀਆਂ ਮੈਨੂੰ ਦੱਸ ਸਕਦੀਆਂ ਨੇ ਜਿਹੜੇ ਉਹਨਾਂ ਨੇ ਇੰਨੇ ਸੰਘਰਸ਼ ਕਰਕੇ ਕਦੇ ਇੱਕ ਵੀ ਅਚੀਵਮੈਂਟ ਲਈ ਹੋਵੇ? ਪਰ ਮੈਂ ਤੁਹਾਨੂੰ ਹਜ਼ਾਰਾਂ ਦੇ ਹਿਸਾਬ ਨਾਲ ਗਿਣਾ ਸਕਦਾ ਇਸ ਪੰਜਾਬੀਆਂ ਨੇ ਪੋਰਸ ਤੋਂ ਲੈ ਕੇ ਅੱਜ ਤੱਕ ਬੜੀਆਂ ਅਚੀਵਮੈਂਟਾਂ ਨੇ ਸਾਡੇ ਪੰਜਾਬੀਆਂ ਦੇ ਵਿੱਚ, ਸਿੱਖਾਂ ਦੇ ਵਿੱਚ। ਇਹ ਜਿਹੜੀ ਧਰਤੀ ਆ ਇਹ ਮਾਰਸ਼ਲ ਧਰਤੀ ਹੁੰਦੀ ਸੀ। ਸਾਡੇ ਬਜ਼ੁਰਗ ਤੁਰੇ ਜਾਂਦੇ ਸ਼ੇਰ ਮਾਰ ਲਿਆਉਂਦੇ ਸੀ। ਹਾਂਜੀ, ਤੇ ਸਾਡੇ ਪਿੰਡ 'ਚ ਇੱਕ ਕੁੱਤਾ ਵਾੜ ਦਈਏ ਨਾ ਵੱਡਾ ਸਾਰਾ, ਜੇ ਉਹ ਪੈਟਬੁੱਲ ਵਗੈਰਾ, ਤੇ ਸਾਰਾ ਪਿੰਡ ਕੋਠਿਆਂ ਤੇ ਹੋ ਜਾਊਗਾ। ਕਿਉਂਕਿ ਸਾਡੇ ਕੋਲੇ ਨਾ ਵਿਚਾਰਧਾਰਾ, ਨਾ ਅਸੀਂ ਸ਼ਸਤਰਧਾਰੀ ਆ, ਨਾ ਹੀ ਸਾਡੇ 'ਚੋਂ ਦਲੇਰੀ ਰਹੀ ਆ। ਫਿਰ ਅਸੀਂ ਕਿਵੇਂ ਦਿੱਲੀ ਨੂੰ ਮਾਰਨ ਦੀਆਂ ਗੱਲਾਂ ਕਰ ਸਕਦੇ ਹਾਂ? ਦਿੱਲੀ ਨੂੰ ਮਾਰਨ ਵਾਸਤੇ ਸ਼ੇਰ ਮਾਰਨ ਜਗ੍ਹਾ ਸਾਡਾ ਜਿਗਰਾ ਹੋਣਾ ਚਾਹੀਦਾ। ਸਾਡੀ ਵਿਚਾਰਧਾਰਾ ਸ਼ੇਰ ਨੂੰ ਮਾਰਨ ਵਾਲੀ ਹੋਣੀ ਚਾਹੀਦੀ ਆ। ਸਾਡੇ 'ਚ ਜੁਰਤ ਹੋਣੀ ਚਾਹੀਦੀ, ਅਸੀਂ ਸ਼ੇਰ ਮਾਰ ਸਕਦੇ ਆਂਗੇ। ਦਿੱਲੀ ਤਾਂ ਫਿਰ ਬਿੱਲੀ ਆ। ਮੈਂ ਸਾਫ਼ ਕਰਵਾਂਗਾ, ਮੈਨੂੰ ਇਹਨਾਂ ਕਿਸਾਨ ਯੂਨੀਅਨਾਂ ਦੇ ਵਿੱਚ ਉਹ ਬੜਕ ਨਹੀਂ ਦਿਖਦੀ ਜਿਹੜੀ ਦਿੱਲੀ ਨੂੰ ਗੋਡਿਆਂ ਥੱਲੇ ਲਿਆ ਸਕੇ ਜਾਂ ਦਿੱਲੀ ਨੂੰ ਗੋਡੇ ਟੇਕਣ ਲਈ ਮਜਬੂਰ ਕਰ। ਨਹੀਂ, ਬੜਕ ਉਹਨਾਂ 'ਚ ਹੁੰਦੀ ਹੈ ਜਿਨ੍ਹਾਂ ਨੇ ਜਿੱਤਾਂ ਦਰਜ ਕਰੀਆਂ ਹੋਣ। ਜਿਹੜੀਆਂ ਜਥੇਬੰਦੀਆਂ ਨੇ ਅੱਜ ਤੱਕ ਕਦੇ ਕੋਈ ਜਿੱਤ ਦਰਜ ਨਹੀਂ ਕੀਤੀ, ਉਹਨਾਂ 'ਚ ਕੌਨਫੀਡੈਂਸ ਉਹਨਾਂ ਦਾ ਲੋ ਹੋ ਚੁੱਕਾ। ਉਹਨਾਂ ਦੇ ਵਿੱਚ ਇਹ ਨਹੀਂ ਕਿ ਉਹਨਾਂ 'ਚ ਕੋਈ ਗਲਤੀ ਆ, ਉਹਨਾਂ 'ਚ ਕੌਨਫੀਡੈਂਸ ਹੀ ਲੋ ਹੋ ਗਿਆ, ਕਿਉਂਕਿ 70 ਸਾਲਾਂ 'ਚੋਂ ਕੋਈ ਜੰਗ ਜਾਂ ਕੋਈ ਲੜਾਈ, ਕੋਈ ਸੰਘਰਸ਼ ਜਿਹੜਾ ਉਹ ਜਿੱਤ ਹੀ ਨਹੀਂ ਸਕੇ। ਜਦੋਂ ਤੁਸੀਂ ਗੱਲ ਕਰਦੇ ਹੋ ਜੋਸ਼ ਭਰਨ ਦੀ, ਜਦੋਂ ਵੀ ਕੋਈ ਸੰਘਰਸ਼ ਸ਼ੁਰੂ ਹੁੰਦਾ, ਸੰਘਰਸ਼ ਤੋਂ ਪਹਿਲਾਂ ਇਹ ਅਨਾਉਂਸਮੈਂਟਾਂ ਹੋ ਜਾਂਦੀਆਂ ਕਿ ਸਾਡਾ ਸੰਘਰਸ਼ ਤਾਂ ਸ਼ਾਂਤਮਈ ਸੰਘਰਸ਼ ਹੋਊਗਾ, ਅਸੀਂ ਤਾਂ ਸ਼ਾਂਤਮਈ ਬੈਠਾਂਗੇ, ਅਸੀਂ ਫਲਾਣੀ ਥਾਂ ਸ਼ਾਂਤਮਈ ਜਿਹੜਾ ਹੈਗਾ ਉਹ ਪ੍ਰਦਰਸ਼ਨ ਕਰਾਂਗੇ, ਸੰਕੇਤਿਕ ਜਿਹੜਾ ਉਹ ਪ੍ਰਦਰਸ਼ਨ ਕਰਾਂਗੇ। ਤੇ ਤੁਹਾਨੂੰ ਲੱਗਦਾ ਕਿ ਇਹ ਸੰਕੇਤਿਕ ਪ੍ਰਦਰਸ਼ਨ ਜਿਹੜੇ ਨੇ ਜਾਂ ਸੜਕਾਂ ਦੇ ਕਿਨਾਰੇ ਆਪਣੇ ਟੈਂਟ ਲਗਾ ਕੇ, ਤੰਬੂ ਲਗਾ ਕੇ ਬੈਠ ਜਾਣ ਨਾਲ ਦਿੱਲੀ ਨੂੰ ਕੋਈ ਸੇਕ ਲੱਗ ਸਕਦਾ? ਨਹੀਂ, ਪਤਾ ਗੱਲ ਕੀ ਆ, ਅਸਲ ਦੇ ਵਿੱਚ ਵੀਰ ਜੀ ਇਹਨਾਂ ਦੀ ਸਿਹਤ ਹੀ ਗਲਤ ਆ, ਤੁਹਾਡੀ ਡਿਮਾਂਡ ਹੀ ਗਲਤ ਆ ਨਾ। ਤੁਸੀਂ ਡਿਮਾਂਡ ਜਿਹੜੀ ਤੁਹਾਡੀ ਆ ਗਈ ਉਹ ਇੱਕ ਹੈਗੀ ਆ ਮੰਗਤਿਆਂ ਵਾਲੀ। ਮੰਗਤਾ ਡਿਮਾਂਡ ਨਹੀਂ ਨਾ ਕਰ ਸਕਦਾ ਮੈਨੂੰ ਇੰਨੇ ਪੈਸੇ ਦੇ ਦਿਓ। ਆਪਦੇ ਹੱਕ ਮੰਗ ਸਕਦੇ ਆ ਆਪਾਂ, ਮੰਗਤੇ ਨਹੀਂ ਸਾਨੂੰ ਬਣਨ ਦੀ ਲੋੜ ਵੀ ਸਾਨੂੰ ਇੰਨੇ ਕੁ ਪੈਸੇ ਦਿਓ। ਪਹਿਲਾਂ MSP ਸੀ, ਪਹਿਲਾਂ ਖੁਦਕੁਸ਼ੀਆਂ ਨਹੀਂ ਹੁੰਦੀਆਂ ਸੀ, ਕਰਜ਼ਈ ਨਹੀਂ ਸੀ ਲੋਕ। ਨਹੀਂ, ਪਹਿਲਾਂ ਸਾਨੂੰ ਹੱਕ ਮੰਗਣਾ ਪਊਗਾ ਦਿੱਲੀ ਤੋਂ, ਬਰਾਬਰਤਾ ਦਾ ਦਰਜਾ ਮੰਗਣਾ ਪਊਗਾ, ਬਰਾਬਰ ਦੇ ਹੱਕ ਮੰਗਣੇ ਪੈਣਗੇ। ਜੇ ਕਾਵੇਰੀ ਜਲ ਸਮਝੌਤਾ ਕਰਨ ਵਾਸਤੇ ਪੱਛਮੀ ਬੰਗਾਲ ਸਰਕਾਰ ਨੂੰ ਅਥਾਰਟੀ ਆ, ਤੇ ਫਿਰ ਸਾਡੇ ਪੰਜਾਬ ਦੇ ਵਿੱਚ ਖਾਲ ਬਣਾਉਣ ਦਾ ਵੀ ਅਥਾਰਟੀ ਹੈ ਨਹੀਂ ਗਵਰਨਮੈਂਟ ਕੋਲੇ। ਇਹ ਗੱਲ ਕਲੀਅਰ ਕਰ ਦਿਓ ਕਿ ਬਹੁਤ ਸਾਰੇ ਲੋਕ ਅਣਜਾਣ ਹੋਣਗੇ ਕਾਵੇਰੀ ਜਲ ਸਮਝੌਤੇ। ਕਾਵੇਰੀ ਜਲ ਸਮਝੌਤੇ ਤੇ ਤੁਸੀਂ YouTube ਤੇ ਦੇਖ ਲਓ, ਨੈਟ ਤੇ ਦੇਖ ਲਓ ਕਿ ਪੱਛਮੀ ਬੰਗਾਲ ਸਰਕਾਰ ਨੇ ਬੰਗਲਾਦੇਸ਼ ਨਾਲ ਕਾਵੇਰੀ ਜਲ ਸਮਝੌਤਾ ਕੀਤਾ ਪਿੱਛੇ ਜੇ। ਇਹ ਸੈਂਟਰ ਨੇ ਨਹੀਂ ਕੀਤਾ, ਸੈਂਟਰ ਵਿੱਚ ਇੱਕ ਪਾਰਟੀ ਜ਼ਰੂਰ ਸੀ ਮਨਾਉਣ ਲਈ, ਉਹ ਵੀ ਪੱਛਮੀ ਬੰਗਾਲ ਨੂੰ ਮਨਾਉਣ ਲਈ ਬੰਗਲਾਦੇਸ਼ ਦੀ ਤਰਫੋਂ। ਦੇਖੋ, ਦੂਜੇ ਦੇਸ਼ ਨੂੰ ਮਨਾਉਣ ਦੇ ਤਰਫੋਂ ਮਨਾਉਣ ਲਈ ਇਹਨਾਂ ਨੇ ਜ਼ਰੂਰ ਉਹਨਾਂ ਨੂੰ ਕਿਹਾ, ਪਰ ਉਹਨਾਂ ਕੋਲੇ ਅਥਾਰਟੀ ਨਹੀਂ ਸੀ ਸੈਂਟਰ ਕੋਲੇ। ਅਥਾਰਟੀ ਜਿਹੜੀ ਆ ਉਹ ਪੱਛਮੀ ਬੰਗਾਲ ਕੋਲੇ ਸੀ, ਉਹੀ ਕਰ ਸਕਦਾ ਸੀਗਾ। ਕਿਉਂਕਿ ਦੂਜਾ ਦੇਸ਼ ਤੁਹਾਡੀ ਸਟੇਟ ਦੇ ਨਾਲ ਸਮਝੌਤਾ ਕਰਦਾ ਤੇ ਸੈਂਟਰ ਨੂੰ ਹੱਕ ਨਹੀਂ ਹੈਗਾ ਉਹਦੇ 'ਚ ਇੰਟਰਫੇਅਰ। ਸਿਰਫ ਇੱਕ ਪਾਰਟੀ ਦੇ ਤੌਰ ਤੇ ਨਾਲ ਆ ਉਹ ਹੱਕ ਜਿਹੜਾ ਉਹ ਪੱਛਮੀ ਬੰਗਾਲ ਨੂੰ ਆ, ਤੇ ਫਿਰ ਸਾਨੂੰ ਕਿਉਂ ਨਹੀਂ ਹੱਕ ਹੈਗਾ? ਕਿਉਂਕਿ ਅਸੀਂ ਜਾਗਰੂਕ ਨਹੀਂ ਹੈਗੇ। ਪੰਜਾਬ ਦੇ ਪਾਣੀਆਂ ਦੇ ਹੱਕ ਸਾਰੇ ਸੈਂਟਰ ਦੇ ਕੋਲ ਆ, ਸਾਰੇ ਦੇ ਸਾਰੇ। ਹੁਣ ਗੱਲ ਆ ਗਈ, ਤੁਸੀਂ ਕਹਿੰਦੇ ਹੋ ਲਾਈਨਾਂ ਤੇ ਬੈਠਣ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਜਦੋਂ ਤੁਸੀਂ ਉਹਨੂੰ ਰੋਟੀ ਦੇ ਰਹੇ ਹੋ ਆਪਦੇ ਘਰੋਂ ਖਾਣ ਨੂੰ, ਉਹ ਤੁਹਾਡੇ ਕੋਲੋਂ ਖਾਈ ਜਾਂਦਾ ਤੇ ਤੁਹਾਨੂੰ ਉਹ ਬਾਹਰ ਨਹੀਂ ਨਿਕਲ ਦਿੰਦਾ, ਜਾਂ ਤੁਸੀਂ ਆਪ ਨਹੀਂ ਬਾਹਰ ਜਾ ਰਹੇ, ਉਹਦੇ ਨਾਲ ਉਹਨੂੰ ਕੀ ਫਰਕ ਪੈਣਾ? ਤੁਹਾਨੂੰ ਪਹਿਲਾਂ ਉਹਦੀ ਰੋਟੀ ਪਾਣੀ ਬੰਦ ਕਰਨਾ ਪਊ ਜਿਹੜਾ ਤੁਹਾਡੇ ਕੋਲੋਂ ਜਾ ਰਿਹਾ। ਇਹ ਕੀ ਆ?
ਪਾਣੀ ਤਾਂ ਪਾਣੀ ਆਪਾਂ ਨੂੰ ਪਤਾ ਹੀ ਆ, ਤੇ ਰੋਟੀ ਕੀ ਆ? ਬਿਜਲੀ। ਹਾਂਜੀ, ਕਰੋ ਬੰਦ। ਭਾਖੜਾ ਤੁਹਾਡੇ ਹੱਕ, ਤੁਹਾਡੇ ਕੋਲੇ ਆ। ਦੁਨੀਆ ਦਾ ਰਿਪੇਰੀਅਨ ਕਾਨੂੰਨ ਕੀ ਕਹਿੰਦਾ ਉਹਨੂੰ ਪੜ੍ਹ ਲਓ ਕਿ ਤੁਹਾਡਾ ਹੱਕ ਆ। ਹਾਂਜੀ, ਇਹਦੀ ਦਿਸ਼ਾ ਨਹੀਂ ਬਦਲ ਸਕਦੇ ਪਾਣੀਆਂ ਦੀ, ਉਹ ਬਦਲੀ ਜਾਂਦੇ ਆ। ਅਸੀਂ ਬੋਲਦੇ ਹੀ ਨਹੀਂਗੇ, ਗਿਆ ਬਾਹਰ। ਅਸੀਂ ਬੋਲਦੇ ਨਹੀਂ ਨਾ। ਉਹ ਕਹਿੰਦੇ ਨੈਚੁਰਲ ਜਿਹੜੀ ਆ ਨਾ ਉਹਦੀ ਧਾਰਾ ਉਹਨੂੰ ਅਸੀਂ ਬਦਲ ਨਹੀਂ ਸਕਦੇ, ਪਰ ਇਹਨਾਂ ਨੇ ਬਦਲੀ, ਅਸੀਂ ਬੋਲੇ ਨਹੀਂ ਨਾ। ਮੈਂ ਇੰਨੀ ਗੱਲ ਕਹਿਣਾ ਕਿ ਕੋਈ ਵੀ ਕੰਮ ਆ ਨਾ, ਜੇ ਗਲਤ ਹੋ ਰਿਹਾ ਉਹਦੀ ਵਿਰੋਧਤਾ ਕਰਾਂਗੇ ਤਾਂ ਉਹ ਫੇਰ ਹੀ ਪਤਾ ਲੱਗੂ ਨਾ। ਅਸੀਂ ਤਾਂ ਵਿਰੋਧਤਾ ਹੀ ਨਹੀਂ ਕਰਦੇ, ਅਸੀਂ ਮੰਗਦੇ ਹੀ ਨਹੀਂਗੇ। ਤੁਸੀਂ ਜਾ ਕੇ ਕਿਉਂ ਨਹੀਂ ਉਹਦੀ ਸੋਚਣ ਉੱਥੋਂ ਚੱਕਦੇ, ਭਾਖੜਾ ਤੋਂ ਜਾ ਕੇ? ਸਾਰੇ ਲੋਕ ਆ, ਸਾਡਾ 5 ਕਰੋੜ ਲੋਕ ਆ, ਕਿ ਜਿਹਦੇ ਵਿੱਚੋਂ ਕਰੋੜਾਂ ਕਿਸਾਨ ਨੇ। ਜਾ ਕੇ ਉੱਥੇ ਬਹਿ ਜਾਓ, ਚੱਕ ਦੋ ਸੁੱਚ, ਬਲੈਕ ਆਊਟ ਹੋ ਜੂ ਪੂਰੀ ਦਿੱਲੀ ਦਾ। ਅੱਧੀ ਉਹ ਤਾਂ ਪੰਜਾਬ ਨੂੰ ਬਲੈਕ ਆਊਟ ਕਰਨ ਨੂੰ ਫਿਰਦੇ ਨੇ। ਉਹ ਮੈਂ ਉਹੀ ਕਹਿ ਰਿਹਾ ਨਾ, ਪਰ ਇੱਟ ਦਾ ਜਵਾਬ ਕਹਿੰਦੇ ਪੱਥਰ ਨਾ ਦੇਣਾ ਪਊ। ਉਹ ਤੁਹਾਨੂੰ ਕੰਗਾਲ ਕਰ ਰਹੇ, ਤੁਹਾਨੂੰ ਬਲੈਕ ਆਊਟ ਕਰ ਰਹੇ ਆ, ਤੁਹਾਡੀ ਬਿਜਲੀ ਬੰਦ ਕਰ ਰਹੇ ਆ, ਤੁਸੀਂ ਉਹਨਾਂ ਦੀ ਕਰ ਦਿਓ। ਪਰ ਅਸੀਂ ਤਾਂ ਸਾਰ ਲਾਂਗੇ ਬਿਨਾਂ ਬਿਜਲੀ, ਉਹਨਾਂ ਤੋਂ ਨਹੀਂ ਸਾਰਿਆ ਜਾਣਾ, ਕਿਉਂਕਿ ਦਿੱਲੀ ਇੱਕ ਗੈਸ ਚੈਂਬਰ ਆ। ਉਹਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਬਿਜਲੀ ਦੀ। ਉਹ 1 ਮਿੰਟ ਨਹੀਂ ਬਿਜਲੀ ਬਿਨਾਂ ਰਹਿ ਸਕਦੇ। ਉਹਨਾਂ ਦੀ ਉਹ ਸਾਰ ਆ ਗਿਆ ਇੱਕ ਤਰ੍ਹਾਂ ਦੀ। ਜੇ ਅਸੀਂ ਆਪਦੇ ਹੱਕ ਲੈਣੇ ਆ, ਗੱਲ ਉਹ ਤੋਂ ਮਨਵਾਉਣੀ ਆ, ਤਾਂ ਇਹ ਸਾਨੂੰ ਕਰਨਾ ਪਊ। ਪਰ ਇੱਥੇ ਡਿਮਾਂਡ ਚੇਂਜ ਕਰਨੀ ਪਊਗੀ। ਡਿਮਾਂਡ MSP ਦੀ ਨਹੀਂ ਹੋਣੀ ਚਾਹੀਦੀ। ਡਿਮਾਂਡ ਇਹ ਨਹੀਂ ਚਾਹੀਦੀ ਆ ਕਿ ਸਾਡੀ ਸਟੇਟ ਨੂੰ ਹੱਕ ਮਿਲੇ MSP ਤੇ ਤੈਅ ਕਰਨ ਦਾ। ਸੈਂਟਰ ਗੌਰਮੈਂਟ ਕੋਲੇ ਨਹੀਂ ਹੋਣਾ ਚਾਹੀਦਾ। ਕਿਉਂਕਿ ਮੈਂ ਇੰਨੀ ਗੱਲ, ਮੈਂ ਤੁਹਾਨੂੰ ਮਾਫੀ ਚਾਹਣਾ, ਮੈਂ ਇੰਨੀ ਗੱਲ ਦੱਸ ਦਿੰਨਾ, ਇੰਡੀਆ ਦੇਸ਼ ਨਹੀਂ, ਇੱਕ ਯੂਨੀਅਨ ਆ। ਹਾਂਜੀ, ਯੂਨਾਈਟਿਡ ਸਟੇਟ ਆਫ ਇੰਡੀਆ, ਜਿਵੇਂ USA ਆ, ਯੂਨਾਈਟਿਡ ਸਟੇਟ ਆਫ ਅਮਰੀਕਾ। ਇਹਦੇ ਵਿੱਚ ਜਿਹੜਾ ਪ੍ਰੰਬਲ ਲਿਖਿਆ ਗਿਆ, ਸ਼ੁਰੂਆਤ ਆ ਕਨਸਟੀਟਿਊਸ਼ਨ ਦੀ, ਉਹ ਕਿੱਥੋਂ ਆ? ਇਹਦੀ ਨੀਂਹ ਕੀ ਹੈਗੀ ਕਿ ਵੱਧ ਅਧਿਕਾਰ ਸਟੇਟਾਂ ਕੋਲੇ ਰਹਿਣਗੇ। ਪਰ ਅਸੀਂ ਆਪਦੇ ਅਧਿਕਾਰ ਨਹੀਂ ਲੈ ਰਹੇ। ਅਸੀਂ ਆਪਦੇ ਜੇ ਅਧਿਕਾਰ ਹੀ ਨਾ ਲਵਾਂਗੇ, ਆਪਦੇ ਅਧਿਕਾਰ ਅਸੀਂ ਕਿਸੇ ਗਵਾਂਢੀ ਨੂੰ ਦੇ ਦੇਈਏ ਜਾਂ ਪਿੰਡ ਦੇ ਸਰਪੰਚ ਨੂੰ ਕਹਿ ਦਈਏ ਵੀ ਸਾਡਾ ਘਰ ਤੂੰ ਚਲਾ, ਤੇ ਉਹ ਤੁਹਾਡਾ ਘਰ ਚਲਾਊਗਾ ਜਾਂ ਇਮਾਨਦਾਰੀ ਨਾਲ ਚਲਾਊਗਾ? ਤੁਸੀਂ ਗੱਲ ਕਰਦੇ ਹੋਗੇ ਹੋ ਅਧਿਕਾਰਾਂ ਦੀ। ਅਧਿਕਾਰ ਸਾਨੂੰ ਮੰਗਣੇ ਪੈਣੇ ਆ। ਤੁਸੀਂ ਬਹੁਤ ਸਾਰੇ ਕਿਸਾਨੀ ਮੋਰਚਿਆਂ ਦੇ ਨਾਲ ਜੁੜੇ ਹੋਏ ਹੋ, ਪਰ ਮੇਰੀ ਨਜ਼ਰ ਦੇ ਵਿੱਚ ਹਾਲੇ ਵੀ ਕਿਸੇ ਵੀ ਕਿਸਾਨੀ ਮਹੀਨੇ ਤੋਂ ਜ਼ਿਆਦਾ ਹੋ ਗਿਆ ਸੰਘਰਸ਼ ਨੂੰ ਚੱਲਦੇ, ਕਿਸੇ ਵੀ ਜਥੇਬੰਦੀ ਦਾ ਕੋਈ ਮੈਮੋਰੈਂਡਮ ਹਾਲੇ ਤੱਕ ਨਹੀਂ ਸਾਹਮਣੇ ਆਇਆ ਕਿ ਇਹਨਾਂ ਦੀਆਂ ਮੰਗਾਂ ਕੀ ਨੇ, ਡਿਮਾਂਡਸ ਕੀ ਨੇ। ਹਾਂ, ਭਾਸ਼ਣਾਂ ਦੇ ਵਿੱਚ ਜ਼ਰੂਰ ਸੁਣਦੇ ਆ MSP ਆ ਜਾਂ ਹੋਰ ਹੋਰ ਜਿਹੜੀਆਂ ਮੰਗਾਂ ਦੱਸੀਆਂ ਜਾ ਰਹੀਆਂ ਨੇ, ਪਰ ਲਿਖਤੀ ਕੋਈ ਮੈਂ ਦੀਪ ਸਿੱਧੂ ਨੂੰ ਵੀ, ਵੀਰ ਨੂੰ ਗੱਲ ਹੋਈ ਸੀ ਮੇਰੀ, 1 ਵਾਰੀ ਨਹੀਂ 2-3 ਵਾਰੀ ਗੱਲ ਹੋਈ ਆ, ਲੱਖੇ ਨਾਲ ਵੀ ਹੋਈ ਆ ਮੇਰੀ, ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦੇ ਬੰਦਿਆਂ ਨਾਲ ਵੀ ਗੱਲ ਹੋਈ ਆ, ਹੋਰ ਬੜੇ ਲੋਕ ਨੇ ਜਿਨ੍ਹਾਂ ਨਾਲ ਮੈਂ ਗੱਲ ਕਰੀ ਆ ਕਿ ਵੀਰ ਜੀ ਸਾਨੂੰ ਇਹਨਾਂ ਚੀਜ਼ਾਂ ਤੋਂ ਉੱਠ ਕੇ ਪਹਿਲਾਂ, ਸਭ ਤੋਂ ਪਹਿਲਾਂ ਕੰਮ ਆਪਾਂ ਜ਼ਿਲ੍ਹੇ ਬਾਈ ਜ਼ਿਲ੍ਹੇ ਚੱਲ ਗਏ। ਆਪਾਂ ਕੁਝ ਲੋਕ ਮੁੰਡੇ ਇਕੱਠੇ ਹੋ ਕੇ, ਜਿਨ੍ਹਾਂ ਨੂੰ ਆਪਾਂ ਨੂੰ ਲੋਕ ਸੁਣਦੇ ਆ, ਆਪਾਂ ਇਕੱਠੇ ਹੋ ਕੇ ਜ਼ਿਲ੍ਹੇ ਬਾਈ ਜ਼ਿਲ੍ਹੇ ਚੱਲ ਗਏ, ਲੋਕਾਂ ਨੂੰ ਉਹਨਾਂ ਦੇ ਅਧਿਕਾਰ ਦੱਸਗੇ, ਫਿਰ ਉਹਨਾਂ ਦੀ ਰਾਏ ਲਈਏ, ਫਿਰ ਉਹਦੇ ਤੇ ਆਪਦਾ ਇੱਕ ਬਣਾਈਏ ਮੈਮੋਰੈਂਡਮ, ਫਿਰ ਉਹ ਅਸੀਂ ਜਾ ਕੇ ਦੇਈਏ। ਉਹਦੇ ਤੇ ਆਪਾਂ ਸਾਈਨ ਵੀ ਕਰਾ ਸਕਦੇ ਹਾਂ ਵੀ ਭਾਈ ਜਿਹੜਾ ਇਸ ਮੈਮੋਰੈਂਡਮ ਦੇ ਹੱਕ 'ਚ ਆ ਉਹ ਸਾਈਨ ਕਰੋ, ਆਨਲਾਈਨ ਕਰੋ ਜਾਂ ਜਿਵੇਂ ਵੀ ਕਰੋ। ਜੇ ਅਸੀਂ 3 ਕਰੋੜ ਲੋਕ ਸਾਈਨ ਕਰਕੇ ਦਿੰਨੇ ਆ ਤੇ ਦੁਨੀਆ ਦੀ ਕਿਹੜੀ ਪਾਰਲੀਮੈਂਟ ਆ ਜਿਹੜੀ ਉਹਨੂੰ ਨਾ ਸੁਣੂਗੀ? ਕਿਉਂਕਿ ਇਹ ਲੋਕਤੰਤਰ ਆ, ਤੇ ਜੇ ਸੱਚਮੁੱਚ ਹੀ ਲੋਕਤੰਤਰ ਆ ਤੇ ਸਾਡੇ ਲੋਕਾਂ ਦੀ ਰਾਏ ਨੂੰ ਕਿਵੇਂ ਨਾ ਮੰਨਿਆ ਜਾਊਗਾ? ਪਰ ਸਾਨੂੰ ਰਾਏ ਇੱਕ ਬਣਾਉਣੀ ਪਊਗੀ ਪਹਿਲਾਂ। ਜੇ ਉਹ ਇਤਿਹਾਸ ਲਿਖਣ ਵਾਲਿਆਂ ਦੇ ਵਰਗਾ ਜਿਉਣਾ ਲੈਣਾ ਨਾ, ਜੇ ਦਿੱਲੀ ਨੂੰ ਬਿੱਲੀ ਵਗੈਰਾ ਸਮਝਣਾ ਨਾ, ਤੇ ਕੁਰਬਾਨੀਆਂ ਲਈ ਤਿਆਰ ਹੋਣਾ ਪਊ। ਕਿਉਂਕਿ 33 ਤੋਂ ਲੈ ਕੇ 35 ਕਰੋੜ ਲੋਕ ਸੀ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਦੇ ਟਾਈਮ, ਪਰ ਯਾਦ ਕਿਹਨੂੰ ਕੀਤਾ ਜਾਂਦਾ? ਉਹਨਾਂ ਨੂੰ ਜਿਹੜੇ ਟਕਰਾਏ ਸੀ ਸਿਸਟਮ ਨਾਲ। ਭਗਤ ਸਿੰਘ ਦੀ 23 ਸਾਲ ਦੀ ਉਮਰ ਸੀ, ਅੱਜ ਵੀ ਜਿਉਂਦਾ, ਤੇ ਮੈਨੂੰ ਲੱਗਦਾ ਪੁਰਾਣੀਆਂ ਖੁਰਾਕਾਂ ਵਾਲੇ ਕਈ 123 ਸਾਲ ਵੀ ਜਿਉਏ ਹੋਣੇ ਆ, ਪਰ ਸਿਰ ਸਿੱਟ ਕੇ ਜਿਵੇਂ ਦੇ ਸੀ ਉਵੇਂ ਤੇਰੀ ਗਏ। ਉਹਨਾਂ ਨੇ ਕੋਈ ਵਿਰੋਧਤਾ ਨਹੀਂ ਕੀਤੀ। ਕਿਸੇ ਇੱਕ ਬੰਦੇ ਦਾ ਨਾਮ ਮੈਨੂੰ ਦੱਸ ਦਿਓ ਵੀ ਆਹ ਭਾਈ ਉਹਨੇ ਕੋਈ ਵਿਰੋਧਤਾ ਨਹੀਂ ਕੀਤੀ, ਛਾਨ ਨਾਲ ਜਿਉਇਆ 125 ਸਾਲ, ਆਹ ਉਹਦਾ ਨਾਂ ਗਾ। ਉਹਨੂੰ ਕੋਈ ਯਾਦ ਨਹੀਂ ਕਰਦਾ ਜਿਹੜਾ ਸਿਰ ਸਿੱਟ ਕੇ ਜਿਉਂਦਾ। ਹੱਕ ਲੈਣ ਵਾਸਤੇ ਅੱਖ ਚੱਕ ਪਾ ਕੇ ਗੱਲ ਤੁਹਾਨੂੰ ਕਰਨੀ ਪੈਣੀ ਆ ਜੇ ਤੁਸੀਂ ਜਿਉਣਾ ਚਾਹੁੰਦੇ ਹੋ ਅਣਖ ਨਾਲ। ਤੇ ਜੇ ਗੁਲਾਮਾਂ ਵਾਲੀ ਜ਼ਿੰਦਗੀ, ਫਿਰ ਜੋ ਕਰੀ ਜਾਂਦੇ ਆ, ਫਿਰ ਜਦੋਂ ਅਸੀਂ ਉਹਨਾਂ ਮੂਹਰੇ ਆਪਣੇ ਆਪ ਨੂੰ ਨਿਸ਼ਾਨ ਕਰਤਾ ਪੇਸ਼ ਵੀ ਅਸੀਂ ਤਾਂ ਤੁਹਾਡੇ ਗੁਲਾਮ ਆ, ਫਿਰ ਜੋ ਕਰਦੇ ਆ ਕਰਨ ਦਿਓ, ਤੇ ਜਾਂ ਮਰਦ ਬਣ ਕੇ ਆਪਦੇ ਹੱਕ ਦੀ ਗੱਲ ਕਰੋ। ਤੁਸੀਂ ਗੱਲ ਕਰਦੇ ਹੋ ਮਰਦ ਬਣ ਕੇ ਆਪਣੇ ਹੱਕਾਂ ਦੀ ਗੱਲ ਕਰਨ ਦੀ, ਮੈਂ ਗੱਲ ਕਰਾਂਗਾ ਸੰਤ ਬਾਬਾ ਜਰਨੈਲ ਸਿੰਘ ਜੀ ਦੀ। ਉਹਨਾਂ ਦੇ ਸਮੇਂ ਇਹ ਜਿਹੜਾ ਮੋਰਚਾ ਆ, ਸਾਡੇ ਵੀਰ ਸੋਚਦੇ ਆ ਕਿ ਸ਼ਾਇਦ ਸ਼ੰਭੂ ਦਾ ਮੋਰਚਾ ਆ ਜਾਂ ਹੋਰ ਮੋਰਚੇ ਆ, ਮੈਂ ਗੱਲ ਕਰਾਂਗਾ ਕਪੂਰੀ ਦੇ ਮੋਰਚੇ ਤੋਂ। ਜਦੋਂ ਕਪੂਰੀ ਦੇ ਮੋਰਚੇ ਤੋਂ ਇਹ ਜਿਹੜੀਆਂ ਡਿਮਾਂਡਸ ਅੱਜ ਉੱਠ ਰਹੀਆਂ, ਇਹ 35-40 ਸਾਲ ਪਹਿਲਾਂ ਕਪੂਰੀ ਦੇ ਮੋਰਚੇ ਤੋਂ ਇਹ ਗੱਲ ਸ਼ੁਰੂ ਹੋਈ ਸੀ। ਅਸੀਂ ਇਹਦਾ ਨਿਪਟਾਰਾ ਨਹੀਂ ਕਰ ਸਕੇ। ਧਰਮ ਯੁੱਧ ਮੋਰਚੇ ਤੱਕ ਪਹੁੰਚੀ, ਅੱਜ ਸ਼ੰਭੂ ਮੋਰਚੇ ਤੱਕ ਪਹੁੰਚ ਗਈ ਹੈ। ਪਰ ਅਸੀਂ ਅੱਜ ਵੀ ਅਸਲ ਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਕਰੈਕਟ ਕਰਾਂ, ਇਹ ਕਪੂਰੀ ਦੇ ਮੋਰਚੇ ਦੀ ਗੱਲ ਨਹੀਂ ਹੈਗੀ। ਇਹ ਅਸਲ ਦੇ ਵਿੱਚ ਮੁੱਦੇ ਸਾਡੇ 1949 ਦੇ ਵਿੱਚ ਹੀ ਪੈਦਾ ਹੋ ਗਏ ਸੀ।
1949 ਦੇ ਵਿੱਚ ਹੀ ਇਹ ਮਸਲੇ ਪੈਦਾ ਹੋ ਗਏ ਸੀ ਜਦੋਂ ਉਹਨਾਂ ਨੇ ਤੁਹਾਨੂੰ ਜਵਾਬ ਦਿੱਤਾ ਸੀ। ਜਿਹੜੇ ਉਸ ਟਾਈਮ ਦੋ ਸਿੱਖਾਂ ਵੱਲੋਂ ਜੋ ਦੋ ਮੈਂਬਰ ਸੀ ਨਾ, ਉਹਨਾਂ ਦੇ ਸਾਈਨ ਨਹੀਂ ਹੈਗੇ ਕਨਸਟੀਟਿਊਸ਼ਨ ਚੱਕ ਕੇ ਦੇਖੋ, ਕਿਉਂਕਿ ਜਦੋਂ ਆਨੰਦ ਮੈਰਿਜ ਐਕਟ ਸੀ, ਸਿੱਖਾਂ ਨੂੰ ਹਿੰਦੂ ਲਿਖਿਆ ਗਿਆ, ਇਦਾਂ ਦੀਆਂ ਗੱਲਾਂ ਜਾਂ ਪੰਜਾਬ ਦੇ ਮੁੱਦੇ, ਪੰਜਾਬ ਦੀਆਂ ਡਿਮਾਂਡਾਂ, ਉਹਨਾਂ ਨੂੰ ਇਗਨੋਰ ਕਰ ਦਿੱਤਾ ਗਿਆ। ਉਹਨਾਂ ਨੇ ਉਦੋਂ ਹੀ ਉਹਦਾ ਵਿਰੋਧ ਦਰਜ ਕਰਾਤਾ ਸੀ। ਤੁਹਾਡੇ ਨਾਲ 1949 ਤੋਂ ਹੀ ਧੱਕਾ ਸ਼ੁਰੂ ਹੋ ਗਿਆ ਸੀ। ਇਹ ਸਾਨੂੰ ਪਹਿਲਾਂ ਵੇਖਣਾ ਪਊ ਕਿ ਇਹਦੀ ਜੜ ਕਿੱਥੇ ਆ। ਫਿਰ ਉਹ 1955 ਚ ਅਕਾਲ ਤਖਤ ਤੇ ਅਟੈਕ ਹੁੰਦਾ, 1951 ਚ ਕਨਸਟੀਟਿਊਸ਼ਨ ਆਉਂਦਾ, ਉਹਦੇ 'ਚ ਤੁਹਾਨੂੰ ਨਹੀਂ ਧੱਕਾ ਹੋ ਗਿਆ। ਫਿਰ 1955 ਚ ਦਰਬਾਰ ਸਾਹਿਬ ਤੇ ਅਟੈਕ ਹੁੰਦਾ, 1966 ਤੁਹਾਡੇ ਹੱਕ ਖੋਲੇ ਜਾਂਦੇ ਨੇ, ਤੁਹਾਡਾ ਏਰੀਆ ਖੋਲਿਆ ਜਾਂਦਾ ਹੈਗਾ, ਹਾਂਜੀ। ਫਿਰ 78 ਵਾਲਾ ਕਾਂਡ ਵਾਪਰ ਜਾਂਦਾ ਹੈਗਾ। 78 ਤੋਂ ਪਹਿਲਾਂ ਤੁਹਾਨੂੰ ਨਕਸਲੀ ਕਹਿ ਕੇ ਮਾਰਤਾ। ਫਿਰ ਤੁਹਾਨੂੰ 84 ਵਾਲਾ ਕਾਂਡ ਹੋ ਗਿਆ। ਫਿਰ 84 ਤੋਂ ਬਾਅਦ ਤੁਹਾਨੂੰ ਅੱਤਵਾਦੀ ਕਹਿ ਕੇ ਮਾਰਤਾ। ਫਿਰ ਇੱਕ ਚੀਜ਼ ਲਿਆਂਦੀ ਗਈ ਗੁਰਦਾਸ ਮਾਨ, ਹਾਂਜੀ, ਉਹਨੂੰ ਆਪਾਂ ਕੰਜਰ ਵੀ ਕਹਿ ਸਕਦੇ ਹਾਂ, ਗਾਇਕ ਤਾਂ ਕੀ ਕਹਿ ਸਕਦੇ ਹਾਂ, ਕਿਉਂਕਿ ਉਹਨੇ ਕੰਜਰਪੁਣਾ ਲਿਆਂਦਾ ਆਪਣੇ ਗਿੱਲ ਨਾਲ, ਡੀਜੀਪੀ ਗਿੱਲ ਨਾਲ ਰਲ ਕੇ ਸੱਭਿਆਚਾਰਕ ਪ੍ਰੋਗਰਾਮ ਦੇ ਨਾਂ ਦੇ ਉੱਤੇ ਤੁਹਾਡੇ 'ਚ ਲੱਚਰਤਾ ਵਾੜੀ ਗਈ। ਤੁਹਾਨੂੰ ਸ਼ਰਾਬੀ ਬਣਾਇਆ ਗਿਆ, ਤੁਹਾਨੂੰ ਸ਼ਰਾਬੀ ਬਣਾਇਆ ਗਿਆ, ਤੁਹਾਨੂੰ ਬਦਮਾਸ਼ ਬਣਾਇਆ ਗਿਆ, ਆਪਦੀਆਂ ਇੱਜ਼ਤ, ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਪਾਉਣ ਵਾਲੇ ਬਣਾਇਆ ਗਿਆ ਉਸ ਚੀਜ਼ ਰਾਹੀਂ। ਫਿਰ ਤੁਹਾਨੂੰ ਸਮੈਕੀਏ ਬਣਾਇਆ ਗਿਆ, ਫਿਰ ਤੁਹਾਨੂੰ ਚਿੱਟੇ ਦੇ ਲਾਇਆ ਗਿਆ, ਫਿਰ ਤੁਹਾਨੂੰ ਉਹ ਹੁਣ ਤੁਹਾਡੀ ਨਿਸ਼ਾਨਦੇਹੀ ਕਰ ਰਹੇ ਆ, ਫਿਰ ਹੁਣ ਤੁਹਾਨੂੰ ਫਿਰ ਉਹ ਸ਼ਾਇਦ ਅੱਤਵਾਦੀ ਕਹਿ ਕੇ ਮਾਰ ਦੇਣ। ਇਹ ਕੰਮ ਚੱਲਦਾ ਰਹਿਣਾ। ਜੇ ਤੁਸੀਂ ਸਿਰ ਸਿੱਟੀ ਰੱਖਿਆ ਤਾਂ ਵੀ ਤੁਸੀਂ ਮਰਨਾ ਹੀ ਮਰਨਾ। ਇਹ ਨਾ ਸੋਚਿਓ ਕਿ ਲੜ ਕੇ ਹੀ ਮਰਾਂਗੇ। ਜੇ ਤੁਸੀਂ ਨਹੀਂ ਲੜਦੇ ਮਰਨਾ ਤੁਸੀਂ ਫਿਰ ਵੀ ਆ, ਪਰ ਜੇ ਲੜ ਕੇ ਮਰੋਗੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਤੁਹਾਡੇ ਤੇ ਗਰਵ ਕਰਨੀਆਂ, ਜਿਵੇਂ ਅਸੀਂ ਆਪਦੇ ਬਜ਼ੁਰਗਾਂ ਤੇ ਕਰਦੇ ਹਾਂ। ਮੈਂ ਕਪੂਰੀ ਦੇ ਮੋਰਚੇ ਤੋਂ ਸ਼ੁਰੂ ਹੋਇਆ ਸੀ, ਪਰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਦੱਸਿਆ। ਗੱਲ 47 ਤੋਂ ਹੀ ਸ਼ੁਰੂ ਹੁੰਦੀ ਆ, ਸੰਤ ਬਾਬਾ ਜਰਨੈਲ ਸਿੰਘ ਦੀ ਤੇ ਆ ਕੇ ਰੁਕਦੀ ਆ, ਤੇ ਇਹੀ ਸੰਘਰਸ਼ ਜਿਹੜਾ ਸ਼ੁਰੂ ਤੋਂ ਚੱਲਦਾ ਆ ਰਿਹਾ। ਪਰ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਦਿੱਲੀ ਨੇ ਬਹੁਤ ਵਾਰੀ ਕਿਹਾ ਕਿ ਤੁਸੀਂ ਆਓ ਤੇ ਗੱਲ ਕਰੋ। ਉਹ ਕਦੀ ਨਹੀਂ ਗਏ ਦਿੱਲੀ ਗੱਲ ਕਰਨ। ਕਿਸਾਨ ਕਮੇਟੀਆਂ ਨੂੰ, ਸੰਘਰਸ਼ ਕਮੇਟੀਆਂ ਨੂੰ ਇੱਕ ਵਾਰੀ ਆਵਾਜ਼ ਮਾਰੀ ਤੇ ਤੁਰਦੇ ਗਏ ਨੇ ਉੱਥੇ, ਤੇ ਅੱਗਿਓਂ ਉਹਨਾਂ ਨੇ ਆਪਣੇ ਕਰਿੰਦੇ ਅੱਗੇ ਕਰਤੇ। ਬਹੁਤ ਸਾਰੇ ਵੀਰ ਪੁੱਛਦੇ ਨੇ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਸੈਂਟਰ ਨੇ ਬੁਲਾਇਆ ਬਹੁਤ ਵਾਰੀ, ਪਰ ਉਹਨਾਂ ਨੇ ਗੱਲ ਨਹੀਂ ਕੀਤੀ। ਗੱਲ ਉਹ ਕਰਦੇ ਤੇ ਰਿਜ਼ਲਟ ਇਹ ਆਂਦਾ ਜੋ ਆ ਪਿਛਲੇ ਦਿਨੀ ਕਮੇਟੀਆਂ ਦੇ ਨਾਲ ਹੋਇਆ, ਕਿਸਾਨ ਸੰਘਰਸ਼ ਕਮੇਟੀਆਂ ਦੇ ਨਾਲ ਹੋਇਆ। ਉਹਨਾਂ ਨੂੰ ਪਤਾ ਸੀ ਕਿ ਸਾਡੀ ਬੇਇੱਜ਼ਤੀ ਕਰਨ ਵਾਸਤੇ ਸੱਦਿਆ ਜਾ ਰਿਹਾ। ਬੇਇੱਜ਼ਤੀ ਕਰਵਾ ਕੇ ਆਏ ਨੇ। ਉਹਨਾਂ ਨੂੰ ਪਤਾ ਸੀ, ਬਹੁਤ ਦੂਰਅੰਦੇਸ਼ੀ ਸੀ। ਉਹਨਾਂ ਨੂੰ ਪਤਾ ਸੀ ਕਿ ਅਸੀਂ ਪਹਿਲਾਂ ਤਾਂ ਜਾ ਕੇ ਸਾਨੂੰ ਬਾਹਰ ਖੜਨਾ ਪਊਗਾ, ਦੇਖੋ ਦਰਵਾਜ਼ੇ ਤੇ ਖੜਨਾ ਪਊਗਾ। ਇਹ ਵੀ ਹੋ ਸਕਦਾ ਤੁਹਾਨੂੰ ਕਹਿਣ ਜੋੜੇ ਲਾ ਦਿਓ ਜੀ, ਹਾਂਜੀ, ਤੇ ਜਿਹੜਾ ਅੰਦਰ ਬੈਠਾ ਹੋਊਗਾ ਉਹ ਲੱਤੇ ਲੱਤ ਰੱਖੀ ਬੈਠਾ ਹੋਊ। ਜਿਵੇਂ ਤੁਸੀਂ ਦੇਖੀ ਹੋਣੀ ਅਮਿਤ ਸ਼ਾਹ ਜੋੜੇ ਪਾ ਕੇ ਬੈਠਾਗਾ, ਤੇ ਉੱਥੇ ਜੀਕੇ ਸਾਹਿਬ ਉੱਥੇ ਨੰਗੇ ਪੈਰੀ ਹੱਥ ਜੋੜੀ ਖੜੇ ਨੇਗੇ। ਇਹੀ ਕੁਝ ਉਹਨਾਂ ਨੇ ਉਹਨਾਂ ਨਾਲ ਕਰਨਾ ਸੀ, ਉਹਨਾਂ ਨੂੰ ਪਤਾ ਸੀ। ਬਾਕੀ ਜਦੋਂ ਤੁਸੀਂ ਮੰਗਣ ਜਾਣਾ ਨਾ, ਉਦੋਂ ਜਾਣਾ ਪੈਂਦਾ। ਜਦੋਂ ਹੱਕ ਆ ਨਾ, ਉਹ ਆਪ ਆਉਂਦੇ ਹੁੰਦੇ ਆ ਲੈ ਕੇ। ਜਦੋਂ ਨਵਾਬੀ ਆਈ ਸੀ ਨਾ, ਉਦੋਂ ਲੈਣ ਨਹੀਂ ਗਏ ਸੀਗੇ, ਉਦੋਂ ਆਪ ਆਈ ਸੀ। ਤੁਹਾਨੂੰ ਆਪ ਦਾ ਜੀਵਨ, ਤੁਹਾਨੂੰ ਆਪ ਦਾ ਨੇਚਰ, ਤੁਹਾਡਾ ਜਿਹੜਾ ਆਪ ਦਾ ਉਹ ਆ ਨਾ ਢਾਂਚਾ, ਉਹ ਇਹੋ ਜਿਹਾ ਬਣਾਉਣਾ ਪਊ ਕਿ ਤੁਹਾਡੇ ਕੋਲੇ ਆਪ ਚੱਲ ਕੇ ਆਵੇ। ਸੰਤ ਬਾਬਾ ਜਰਨੈਲ ਸਿੰਘ ਜੀ ਦੀਆਂ ਗੱਲਾਂ ਕਰਕੇ, ਸੰਤ ਬਾਬਾ ਜਰਨੈਲ ਸਿੰਘ ਜੀ ਦੇ ਬਚਨਾਂ ਨੂੰ ਦੱਸ ਕੇ ਯੂਥ ਨੂੰ ਇਕੱਠਾ ਕੀਤਾ ਗਿਆ, ਖੜਾ ਕੀਤਾ ਗਿਆ। ਉਸ ਦੇ ਉੱਤੇ ਇਹ ਸੰਘਰਸ਼ ਜਿਹੜਾ ਬੇਸ ਆ। ਪਰ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਬੜਕ ਹੋਣ ਦੇ ਬਾਅਦ ਵੀ ਅਸੀਂ ਕਿਤੇ ਨਾ ਕਿਤੇ ਖੁੰਝ ਗਏ, ਤੇ ਇਹਨਾਂ ਜਥੇਬੰਦੀਆਂ ਦੀ ਤਾਂ ਕੋਈ ਬੜਕ ਹੀ ਨਹੀਂ ਹੈਗੀ ਜਿਹੜੀ ਤੁਰ ਕੇ ਜਾਂ ਆਪ ਜਾਂਦੀਆਂ ਨੇ। ਨਹੀਂ, ਅਸਲ ਦੇ ਵਿੱਚ ਪਤਾ ਗੱਲ ਕੀ ਆ ਕਿ ਸੰਤ ਜਰਨੈਲ ਸਿੰਘ ਜੀ ਬਹੁਤ ਵਧੀਆ ਨੇ, ਉਹਨਾਂ ਦੀ ਵਿਚਾਰਧਾਰਾ ਠੀਕ ਆ, ਪਰ ਉਹ ਵੀ ਲੜਾਈ ਜਿੱਤ ਨਹੀਂ ਸਕੇ। ਕਿਉਂ? ਉਹਦਾ ਕਾਰਨ ਸੀ ਇੱਕ ਆ, ਉਹੀ ਚੀਜ਼ ਅੱਜ ਆ। ਜੇ ਸਾਨੂੰ ਇਹ ਲੜਾਈ ਆਪਦੀ ਜਿੱਤਣੀ ਆ ਨਾ, ਜੇ ਆਪਦੇ ਹੱਕ ਲੈਣੇ ਆ, ਏਕਾ ਕਰਨਾ ਪਊ। ਸਾਨੂੰ 31 ਜਥੇਬੰਦੀਆਂ ਦੀ ਨਹੀਂ ਲੋੜ। ਜਿਹੜੇ ਬੰਦੇ ਅੱਜ ਆਪਦੀਆਂ ਪ੍ਰਧਾਨੀਆਂ ਛੱਡ ਕੇ ਇੱਕ ਮੰਜੇ ਤੇ ਨਹੀਂ ਬੈਠ ਸਕਦੇ, ਮੈਂ ਥੋੜਾ ਜਿਹਾ ਰੋਕਾਂਗਾ। ਏਕੇ ਦੀ ਤੁਸੀਂ ਗੱਲ ਕਰਦੇ ਹੋ, ਜਿੱਦਣ ਕਿਸਾਨ ਯੂਨੀਅਨ ਤੇ ਕਲਾਕਾਰਾਂ ਦਾ ਆਪਸ 'ਚ ਮੀਟਿੰਗ ਹੋਈ ਹੈ ਪਹਿਲੀ, ਇਹਨਾਂ ਦਾ ਤਾਂ ਇੱਕ ਉਦਣ ਹੀ ਦੁਨੀਆ ਨੇ ਦੇਖ ਲਿਆ ਸੀ। ਮੈਂ ਉਹੀ ਕਹਿ ਰਿਹਾ ਨਾ ਕਿ ਸਾਨੂੰ ਨਾ ਕਲਾਕਾਰਾਂ ਦੀ ਮੈਂ ਗੱਲ ਕਰਦਾ, ਨਾ ਕਿਸਾਨ ਜਥੇਬੰਦੀਆਂ ਦੀ ਗੱਲ ਕਰਦਾ, ਨਾ ਮੈਂ ਦੂਸਰੀਆਂ ਜਥੇਬੰਦੀਆਂ ਦੀ। ਹਰ ਇੱਕ ਪੰਜਾਬੀ ਨੂੰ, ਚਾਹੇ ਉਹ ਹਿੰਦੂ ਆ, ਮੁਸਲਮਾਨ ਆ, ਸਿੱਖ ਆ, ਨਿਹੰਗ ਆ, ਟਕਸਾਲੀ ਆ, ਕਿਸਾਨ ਜਥੇਬੰਦੀ ਆ, ਕੋਈ ਕਲਾਕਾਰ ਆ, ਕੋਈ ਨਸ਼ੇੜੀ ਆ, ਭਲਾਂ ਦੀ ਕੋਈ ਭਲਵਾਨ ਆ, ਕੋਈ ਵੀ ਆ, ਜਿਹੜਾ ਵੀ ਪੰਜਾਬੀ ਆ, ਇਸ ਮਾਂ ਦਾ, ਪੰਜਾਬ ਦਾ ਖਾਂਦਾ ਜਾਂ ਖਾਧਾ, ਜਿਹੜਾ ਇਸ ਮਾਂ ਦੇ ਢਿੱਡ ਦੀ ਖਾਂਦਾ, ਇਹਦੀਆਂ ਛਾਤੀਆਂ ਦਾ ਦੁੱਧ ਪੀਤਾ, ਇੱਥੇ ਦੀ ਰੋਟੀ ਖਾਧੀ ਆ, ਉਹਨੂੰ ਇੱਕ ਥਾਂ ਆਉਣਾ ਪਊਗਾ। ਕਿਉਂਕਿ ਸਾਡੀ ਮਾਂ ਦੀ ਚੁੰਨੀ ਨੂੰ ਹੱਥ ਪਿਆਗਾ। ਪਾਣੀ ਤਾਂ ਸਾਡਾ ਪਹਿਲਾਂ ਖੋਲਿਆ ਮਾਂ ਦਾ, ਗੰਧਲਾ ਪਾਣੀ ਉਹਦੇ ਮੂਹਰੇ ਕਰਤਾ, ਨਾਲਿਆਂ ਦਾ ਪਾਣੀ ਸਾਡੇ ਵਹਿ ਰਿਹਾਗਾ।
ਤੇ ਉਹਦੇ ਦੁੱਧ ਰਾਹੀਂ ਸਾਡੇ ਅੰਦਰ ਜਾ ਰਿਹਾ, ਜਾਨੀ ਕਿ ਫਸਲ ਰਾਹੀਂ ਸਾਡੇ ਅੰਦਰ ਜਾ ਰਿਹਾ। ਪਰ ਅੱਜ ਉਹਦੀ ਚੁੰਨੀ ਨੂੰ ਹੱਥ ਪਾਇਆ, ਜੇ ਅਸੀਂ ਇਕੱਠੇ ਹੋ ਕੇ ਨਾ ਬਚਾਈ ਤੇ ਸਾਨੂੰ ਫਿਰ ਕਿਸੇ ਰੱਬ ਨੇ ਨਹੀਂ ਢੋਈ ਦੇਣੀ, ਕਿਸੇ ਧਰਤੀ ਨੇ ਢੋਈ ਨਹੀਂ ਦੇਣੀ, ਕਿਉਂਕਿ ਅਸੀਂ ਆਪਦੀ ਮਾਂ ਦੀ ਰਕਸ਼ਾ ਨਹੀਂ ਕਰ ਸਕੇ। ਦੂਜੀ ਮਾਂ ਕਿਵੇਂ ਸਾਨੂੰ ਗੱਲ ਆਊਗੀ? ਨਹੀਂ ਲਾਉਣਾ ਕਿਸੇ ਨੇ ਗੱਲ। ਕਿਸੇ ਪੰਜਾਬੀ ਨੂੰ ਕਿਸੇ ਕੈਨੇਡਾ ਨੇ ਨਹੀਂ ਝੱਲਣਾ, ਕਿਸੇ ਅਮਰੀਕਾ ਨੇ ਨਹੀਂ ਝੱਲਣਾ। ਹੁਣ ਉਹ ਤਾਂ ਝੱਲ ਰਹੇ ਆ ਕਿਉਂਕਿ ਤੁਸੀਂ ਆਪਦੀ ਮਾਂ ਦੇ ਕੁੱਖੋਂ ਆਏ ਹੋ, ਮਾਂ ਦੇ ਨਾਲ ਖੜੇ ਹੋ। ਜਿੱਦਣ ਉਹਨੂੰ ਪਤਾ ਲੱਗ ਗਿਆ ਵੀ ਇਹ ਆਪਦੀ ਮਾਂ ਦੇ ਨਹੀਂ ਬਣੇ, ਤੁਹਾਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ। ਇੰਨੀ ਗੱਲ ਯਾਦ ਰੱਖਿਓ। ਮਾਂ ਦੀ ਚੁੰਨੀ ਨੂੰ ਜਦੋਂ ਹੱਥ ਪਿਆ ਹੋਵੇ ਤੇ ਸ਼ਾਂਤਮਈ ਸੰਘਰਸ਼ਾਂ ਦੇ ਨਾਲ ਨਹੀਂ ਗੱਲ ਬਣਦੀ। ਮੈਂ ਗੱਲ ਹਥਿਆਰਾਂ ਦੀ ਨਹੀਂ ਕਰਦਾ, ਹਥਿਆਰਾਂ ਦਾ ਜ਼ਮਾਨਾ ਨਹੀਂ ਹੈ, ਪਰ ਗੱਲ ਇਹ ਲੀਹਾਂ ਡੱਕਣ ਦੀ ਜਾਂ ਸ਼ਾਂਤਮਈ ਸੰਘਰਸ਼ਾਂ ਦੀ ਵੀ ਨਹੀਂ ਰਹੀ ਹੈਗੀ। ਉਹ ਤਰੀਕੇ ਵਰਤਣੇ ਪੈਣੇ ਆ ਜਿਹਦੇ ਨਾਲ ਦਿੱਲੀ ਨੂੰ ਸੇਕ ਲੱਗੇ। ਜਿਵੇਂ ਇੰਦਰਾ ਗਾਂਧੀ ਦੇ ਟਾਈਮ ਜੇਪੀ ਅੰਦੋਲਨ ਹੋਇਆ ਸੀ, ਤੁਹਾਨੂੰ ਯਾਦ ਹੋਊਗਾ। ਜੇਪੀ ਅੰਦੋਲਨ ਦੀ ਤਰ੍ਹਾਂ ਘਰੋਂ ਨਿਕਲਣਾ ਪੈਣਾ, ਸਾਰੇ ਪੰਜਾਬ ਨੂੰ ਤੇ ਦਿੱਲੀ ਨੂੰ ਕੂਚ ਕਰਨਾ ਪੈਣਾ। ਜਦੋਂ ਕਰੋੜਾਂ 'ਚ ਲੋਕ ਜਾਣਗੇ, ਦੁਨੀਆ ਦੇਖੂਗੀ ਤੁਹਾਡੇ ਬਾਰੇ। ਤੇ ਜੇ ਨਾ ਨਿਕਲੇ ਨਾ, ਜੰਮੂ ਕਸ਼ਮੀਰ ਦੀ ਤਰ੍ਹਾਂ ਅੰਦਰ ਹੀ ਬੰਦ ਕਰ ਦਿੱਤੇ ਜਾਓਗੇ। ਤੁਹਾਡੀ ਫੌਜ, ਤੁਹਾਡੀ ਪੁਲਿਸ ਤੁਹਾਡੇ ਤੇ ਹੀ ਲਾ ਦਿੱਤੀ ਜਾਊਗੀ। ਤੁਹਾਡੇ ਹੱਥੋਂ ਤੁਹਾਡੇ ਆਪਣਿਆਂ ਨੂੰ ਮਰਵਾ ਦਿੱਤਾ ਜਾਊਗਾ। ਇਹ ਗੱਲ ਯਾਦ ਰੱਖਿਓ। ਘਰਾਂ 'ਚੋਂ ਨਿਕਲੋ, ਆ ਜਾਓ। ਇਹ ਨਹੀਂ ਵੀ ਆਏ ਘਰੋਂ ਟਰਾਲੀਆਂ ਭਰ ਕੇ 4 ਘੰਟੇ ਦਾ ਜਾਨ ਲਾਇਆ, ਮੁੜ ਕੇ ਫੇਰ ਘਰੇ ਜਾ ਕੇ ਉਹੀ ਗੱਲਾਂ। ਬਾਈ ਹੋਣਾ ਤਾਂ ਕੁਛ ਨਹੀਂ। ਅਫਵਾਹਾਂ ਤਾਂ ਇੱਥੇ ਤੱਕ ਵੀ ਆ ਚੁੱਕੀਆਂ ਨੇ ਕਿ ਪੰਜਾਬ ਦੀਆਂ 4 ਸ਼ਹਿਰ ਜਿਹੜੇ ਆ ਉਹ ਕੱਟ ਕੇ ਜੰਮੂ ਦੇ ਨਾਲ ਜੋੜੇ ਜਾ ਰਹੇ ਨੇ। ਅਫਵਾਹਾਂ ਇੱਥੇ ਤੱਕ ਵੀ ਆ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਕਰਫਿਊ ਲਗਾਉਣ ਦੀ, ਐਮਰਜੈਂਸੀ ਲਗਾਉਣ ਦੀ ਤਿਆਰੀਆਂ ਤੱਕ ਸਭ ਕੁਝ ਹੋਊਗਾ ਮਹਾਰਾਜ। ਉਹਨਾਂ ਨੂੰ ਪਤਾ ਗਾ ਕਿ ਇਹ ਲੋਕ ਨੇ ਨਾ ਜਿਹੜੇ, ਇਹ ਵਿਰੋਧ ਨਹੀਂ ਕਰਦੇ। ਲਾਸ਼ ਦੀ ਤਰ੍ਹਾਂ ਬਣੇ ਪਏ ਅਸੀਂ, ਤੇ ਲਾਸ਼ ਨਾਲ ਕੁਝ ਵੀ ਹੋਈ ਜਾਵੇ ਫਿਰ ਉਹਦਾ ਕੋਈ ਮਤਲਬ ਨਹੀਂ ਨਾ ਰਹਿੰਦਾ। ਜੇ ਅਸੀਂ ਲਾਸ਼ਾਂ ਬਣ ਕੇ ਹੀ ਰਹੇ ਨਾ ਤੇ ਇਹ ਅਸੀਂ ਕੁਝ ਵੀ ਹਾਸਲ ਕਰਨਾ ਦਾ ਦੂਰ ਜਾਂ ਲੈਣਾ ਦਾ ਦੂਰ, ਅਸੀਂ ਆਪਣਾ ਵਜੂਦ ਵੀ ਨਹੀਂ ਬਚਾ ਪਾਵਾਂਗੇ। ਅੰਤ ਦੇ ਵਿੱਚ ਗੱਲਾਂ ਬਹੁਤ ਸਾਰੀਆਂ ਨੇ, ਵਿਸ਼ੇ ਬਹੁਤ ਲੰਬੇ ਨੇ, ਪਰ ਜਿਹੜੇ ਵਿਸ਼ੇ ਤੇ ਅਸੀਂ ਗੱਲ ਕਰਨਾ ਚਾਹੁੰਦੇ ਸੀਗੇ, ਅੰਤ ਦੇ ਵਿੱਚ ਜਿਹੜੇ ਵੀਰ ਸਾਡੇ ਸੰਘਰਸ਼ਾਂ ਦੇ ਵਿੱਚ ਬੈਠੇ ਨੇ, ਇਹਨਾਂ ਨੂੰ ਕੋਈ ਖਾਸ ਮੈਸੇਜ? ਮੈਂ ਤਾਂ ਇਹੀ ਮੈਸੇਜ ਕਹੂੰਗਾ ਕਿ ਵਜੂਦ ਆਪਦਾ ਭੁੱਲ ਜੋ ਵੀ ਮੈਂ ਕਹਣਾ। ਸਭ ਤੋਂ ਪਹਿਲਾਂ ਇਹ ਵਜੂਦ ਬਣਾ ਲਓ, ਮੈਂ ਪੰਜਾਬੀ ਹਾਂ, ਮੈਂ ਆਪਦੇ ਪੰਜਾਬ ਨੂੰ ਬਚਾਉਣਾ। ਉਹਦੇ ਲਈ ਮੈਨੂੰ ਮਰਨਾ ਪਵੇ, ਖਤਮ ਹੋਣਾ ਪਵੇ, ਮੈਨੂੰ ਕੋਈ ਟੈਨਸ਼ਨ ਨਹੀਂ। ਆਪਾਂ ਮਾਰ ਕੇ ਪਹਿਲਾਂ ਆਪਣੇ ਆਪ ਨੂੰ ਮਾਰਨਾ ਪਊਗਾ, ਆਪਦੇ ਸਿਰ ਤੇ ਖੱਪਣ ਬੰਨ੍ਹ ਕੇ ਇਸ ਲੜਾਈ 'ਚ ਆਉਣਾ ਪਊਗਾ। ਇੱਥੇ ਡਾਂਗਾਂ ਵੀ ਖਾਣੀਆਂ ਪੈਣੀਆਂ, ਇੱਥੇ ਗੋਲੀਆਂ ਵੀ ਵੱਜਣੀਆਂ, ਕਤਲ ਵੀ ਹੋਣਗੇ, ਮਾਰਿਆ ਜਾਊਗਾ, ਤੁਹਾਨੂੰ ਭਜਾਇਆ ਜਾਊਗਾ, ਵੱਢਿਆ ਜਾਊਗਾ, ਟੁੱਕਿਆ ਜਾਊਗਾ, ਸਾੜਿਆ ਵੀ ਜਾਊਗਾ। ਇਸ ਕਰਕੇ ਪਹਿਲਾਂ ਮਰਨ ਕਬੂਲ, ਜੀਵਨ ਕੀ ਸਾਡਾ ਆਸ ਵਾਲਾ ਕੰਮ ਕਰਨਾ ਪੈਣਾ। ਪਹਿਲਾਂ ਆਪਣਾ ਵਜੂਦ ਭੁੱਲ ਜੋ ਅਸੀਂ ਕੌਣ ਆ। ਅਸੀਂ ਪਹਿਲਾਂ ਪੰਜਾਬੀ ਆ, ਆਪਦੀ ਮਾਂ ਦੀ ਇੱਜ਼ਤ ਵੀ ਬਚਾਉਣੀ ਆ ਤੇ ਆਪਦੇ ਮਾਂ ਦੇ ਹੱਕ ਵੀ ਲੈਣੇ ਆ। ਬਸ ਇੰਨੀ ਸੋਚ ਤੇ ਇਕੱਠੇ ਹੋ ਜਾਓ ਤੇ ਤੁਹਾਡੇ ਚਰਨਾਂ ਦੇ ਵਿੱਚ, ਤੁਹਾਡੇ ਪੈਰਾਂ ਦੇ ਵਿੱਚ ਰਾਜ ਹੋਣਗੇ, ਤੁਹਾਡੇ ਪੈਰਾਂ ਦੇ ਵਿੱਚ ਹੱਕ ਹੋਣਗੇ। ਤੁਹਾਡੇ ਘਰੇ ਗੋਰੇ ਆ ਕੇ ਨੌਕਰੀਆਂ ਕਰਨਗੇ, ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਕਰਦੇ ਹੁੰਦੇ ਸੀ। ਇਹ ਗੱਲ ਉਹ ਜਬਰਜੰਗ ਸਿੰਘ ਕਹਿ ਰਿਹਾ ਜਿਹਦਾ ਨਾਮ ਸੈਂਟਰ ਨੇ ਇੱਕ ਕੇਸ ਦੇ ਵਿੱਚ UAPA ਕਾਨੂੰਨ ਦੇ ਅੰਡਰ ਲੈ ਲਿਆ ਹੈਗਾ, ਔਰ ਜਬਰਜੰਗ ਸਿੰਘ ਨੂੰ ਇਹ ਨਹੀਂ ਪਤਾ ਕਿ ਸੈਂਟਰ ਨੇ ਕਦੋਂ ਚੱਕ ਲੈਣਾ ਹੈਗਾ। ਸਾਡੀ ਮਾਂ ਦੀ ਚੁੰਨੀ ਨੂੰ ਹੱਥ ਪਾਇਆ ਹੋਵੇ, ਸਾਡੀ ਮਾਂ ਦੀ ਇੱਜ਼ਤ ਨੂੰ ਹੱਥ ਪਾਇਆ ਹੋਵੇ ਤੇ ਅਸੀਂ ਕੇਸਾਂ ਤੋਂ ਡਰ ਗਏ। ਸਾਡੇ ਪੰਜਾਬੀਆਂ ਨੇ ਇਸ ਮਿੱਟੀ ਲਈ ਛਾਤੀਆਂ ਨਾਲ ਬੰਬ ਬਣ ਕੇ ਟੈਂਕਾਂ ਥੱਲੇ ਕੁੱਦੇ ਨੇ। ਟੈਂਕਰ ਆਤੇ ਸਾਡੇ ਪੰਜਾਬੀਆਂ ਨੇ, ਜਾ ਕੇ ਦੇਖੋ 71 ਦੀ ਜੰਗ, 65 ਦੀਆਂ ਜੰਗਾਂ, 62 ਦੀਆਂ ਜੰਗਾਂ, ਤੁਸੀਂ ਉਹ ਚੀਜ਼ਾਂ ਨੂੰ ਪਹਿਲਾਂ ਫੋਲੋ ਕਰਕੇ ਦੇਖੋ। ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਜੇਲ੍ਹ ਕੱਟੀ ਆ, ਸਾਡੇ 5ਵੇਂ ਪਾਤਸ਼ਾਹ ਨੇ ਜੇਲ੍ਹ ਕੱਟੀ ਆ, ਸਾਡੇ 6ਵੇਂ ਪਾਤਸ਼ਾਹ ਨੇ ਜੇਲ੍ਹ ਕੱਟੀ ਆ। ਕੀ ਹੁਣ ਅਸੀਂ ਜੇਲ੍ਹਾਂ ਤੋਂ ਡਰਦੇ ਫਿਰ ਆਪਦੀ ਮਾਂ ਦੀ ਇੱਜ਼ਤ ਨਾ ਬਚਾਈਏ? ਇਹ ਜੇ UAP ਵਰਗੇ ਕਾਲੇ ਕਾਨੂੰਨ ਬੜੇ ਆਉਣਗੇ, ਬੜਿਆਂ ਨੂੰ ਇਹਨਾਂ ਦੇ ਵਿੱਚ ਫਸਾਇਆ ਜਾਊਗਾ। ਮੈਂ ਤਾਂ ਤਿਆਰ ਹਾਂ, ਕੀ ਤੁਸੀਂ ਵੀ ਤਿਆਰ ਹੋ? ਪਹਿਲਾਂ ਇਸ ਚੀਜ਼ ਲਈ ਤਿਆਰ ਹੋਣਾ ਪਊਗਾ ਵੀ ਇਹ ਕਾਨੂੰਨਾਂ ਦੇ ਅੰਡਰ ਸਾਨੂੰ ਕਦੋਂ ਵੀ ਜੇਲ੍ਹ 'ਚ ਸਿੱਟਿਆ ਜਾ ਸਕਦਾ, ਕਦੋਂ ਵੀ ਗੋਲੀ ਮਾਰ ਦਿੱਤੀ ਜਾ ਸਕਦੀ ਆ। ਇਸ ਲਈ ਮੈਂ ਕਹਿ ਰਿਹਾ, ਪਹਿਲਾਂ ਮਰਨਾ ਕਬੂਲ ਲਓ, ਫਿਰ ਜਿੱਤ ਤੁਹਾਡੇ ਪੈਰਾਂ 'ਚ ਆ। ਤੇ ਜੇ ਅਸੀਂ ਆਪਾਂ ਬਚਾ ਕੇ ਕਹੀਏ ਵੀ ਮੈਨੂੰ ਕੁਛ ਨਾ ਹੋਵੇ ਜਾਂ ਮੇਰੇ ਬੱਚਿਆਂ ਨੂੰ ਕੁਛ ਨਾ ਹੋਵੇ, ਭਗਤ ਸਿੰਘ ਬਣੇ ਤਾਂ ਗਵਾਂਢੀਆਂ ਦਾ ਬਣੇ, ਫੇਰ ਨਹੀਂ ਦੁਆਬੀ ਸਾਹਿਬ ਕੰਮ ਚੱਲਣੇ। ਸੋ ਇਹ ਸਨ ਜਬਰਜੰਗ ਸਿੰਘ ਸਾਡੇ ਨਾਲ, ਮੰਗੂ ਮੱਠ ਮੋਰਚੇ ਤੋਂ ਇਹ ਜਿਹੜੇ ਹੈਗੇ ਆ ਪਛਾਣੇ ਜਾਂਦੇ ਨੇ। ਔਰ ਅੱਜ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਨੇ, ਸਾਡੇ ਜਿਹੜੇ ਕਿਸਾਨ ਜਥੇਬੰਦੀਆਂ ਨੇ, ਉਹਨਾਂ ਨੇ ਉਹ ਰੋਹ ਜਿਹੜਾ ਆ ਦਿੱਲੀ ਨੂੰ ਬਿੱਲੀ ਸਮਝ ਕੇ ਥੈਲੇ 'ਚ ਪਾਉਣ ਵਾਲਾ, ਉਹਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦਾ ਰਿਜ਼ਲਟ ਜਿਹੜਾ ਆ ਉਹ ਦਿੱਲੀ ਨੇ ਠੈਂਗਾ ਦਿਖਾ ਕੇ ਦੇ ਦਿੱਤਾ ਆ। ਸਾਡਾ ਅੱਜ ਦੀ ਇੰਟਰਵਿਊ ਕਰਨ ਦਾ ਮਕਸਦ ਜਿਹੜਾ ਸੀਗਾ ਉਹ ਇਹੀ ਸੀਗਾ ਕਿ ਜੇ ਅਸੀਂ ਦਿੱਲੀ ਨੂੰ ਗੋਡਿਆਂ ਤੇ ਲਿਆਉਣਾ ਚਾਹੁੰਦੇ ਹਾਂ
ਤੇ ਉਹ ਕਿਸ ਤਰੀਕੇ ਨਾਲ ਆਵੇ। ਜੇ ਸਾਡੇ ਸੰਘਰਸ਼ਾਂ ਦਾ ਕੋਈ ਰਿਜ਼ਲਟ ਨਿਕਲਣਾ ਆ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਸੋਚ ਦੇ ਨਾਲ ਅਸੀਂ ਯੂਥ ਨੂੰ ਇਕੱਠਾ ਕੀਤਾ ਆ। ਤੇ ਘੱਟੋ ਘੱਟ ਹਥਿਆਰਾਂ ਦੀ ਗੱਲ ਨਹੀਂ ਅਸੀਂ ਕਰਦੇ, ਸੰਵਿਧਾਨਿਕ ਤੌਰ ਤੇ ਸੰਵਿਧਾਨਿਕ ਦਾਇਰੇ ਦੇ ਅੰਦਰ ਰਹਿ ਕੇ ਅਸੀਂ ਗੱਲ ਕਰਦੇ ਹਾਂ। ਤੇ ਉਹ ਸੋਚ ਤੇ ਤਾਂ ਘੱਟੋ ਘੱਟ ਚੱਲਣਾ ਪੈਣਾ ਆ। ਦਿੱਲੀ ਨੂੰ ਗੋਡਿਆਂ ਤੇ ਲਿਆਉਣਾ ਇੰਨਾ ਕੋਈ ਸੌਖਾ ਨਹੀਂ ਹੈਗਾ।